ਨਵਾਂ ਗੀਤ ਆਇਆ ਸੰਜੂ, ਜਿਸ ਨੂੰ ਲੈ ਕੇ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਅਵਨੀਤ ਕੌਰ ਸਿੱਧੂ ਜਾਂ ਵੱਖ-ਵੱਖ ਜਿਹੜੇ ਸਮਾਜਿਕ ਕਾਰਕੁਨ ਨੇ ਉਹ ਇਸ ਗੱਲ ਨੂੰ ਵਿਰੋਧ ਕਰ ਰਹੇ ਨੇ ਕਿ ਸਹੀ ਨਹੀਂ ਹੈਗਾ। ਜੋ ਚੀਜ਼ ਸੰਜੇ ਦੱਤ ਨੇ ਕੀਤੀ ਸੀਗੀ ਕਿ ਸਾਡੇ ਦੇਸ਼ ਦੇ ਹਿੱਤ ਸੀਗੀ, ਉਸ ਜਿਸ ਕੇਸ 'ਚ ਇਹਦੇ ਟਾਡਾ ਲੱਗੀ ਸੀ ਕਿ ਅਸੀਂ ਚਾਹੁੰਦੇ ਹਾਂ ਵੀ ਸਾਡੇ ਦੇਸ਼ ਦਾ ਜਿਹੜਾ ਯੁਵਾ ਹੈਗਾ, ਸਾਡੇ ਪੰਜਾਬ ਦਾ ਜਿਹੜਾ ਯੁਵਾ ਹੈਗਾ, ਉਹ ਡਾਕਟਰ ਇੰਜੀਨੀਅਰ ਬਣਦੀ ਜਾਵੇ, ਟਾਡਾ ਦੇ ਕੇਸਾਂ 'ਚ ਫਸੇ। ਅਸੀਂ ਇਹਨਾਂ ਦਾ ਇੱਕ ਗਾਣਾ ਮੈਂ ਸੁਣਦਾ ਬਈ ਧੱਕਾ, ਉਹ ਕੀ ਸੀ ਉਹਦਾ ਥੀਮ ਗਾਣੇ ਦਾ? ਕੀ ਆਮ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਹੋ ਸਕਦਾ ਹੈ? ਸੰਜੇ ਦੱਤ 13 ਦਿਨ ਉਹਦੀ ਬੁੱਕ ਪੜ੍ਹ ਕੇ ਦੇਖੋ, ਅੰਦਰ ਰੋਂਦਾ ਰਿਹਾ ਸੀਗਾ ਜੇਲ੍ਹ ਦੇ ਵਿੱਚ, ਤੇ ਜਦੋਂ ਕੋਰਟ 'ਚ ਫੈਸਲਾ ਹੁੰਦਾ ਹੱਥ ਜੋੜ ਕੇ ਰੋਂਦਾ ਹੁੰਦਾ ਸੀ। ਤੁਸੀਂ ਕਹਿੰਦੇ ਸੰਜੇ ਦੱਤ ਦਾ AK-57 'ਚ ਉਹਨਾਂ ਦਾ ਜ਼ੋਰ ਸੀ, ਸੰਜੇ ਦੱਤ ਦਾ, ਉਹਦੀ ਪਰਿਵਾਰਕ ਪਹੁੰਚ ਸੀਗੀ, ਰਾਜਨੀਤਿਕ ਪਹੁੰਚ ਸੀਗੀ ਉਹਦੀ, ਤਾਂ ਉਹ ਬਚ ਕੇ ਨਿਕਲ ਗਈ। ਆਮ ਕੋਈ ਹੁੰਦਾ ਹੈ ਉਸ ਕੇਸ ਸਾਰੇ ਅੰਦਰ ਮਰ ਗਏ। ਅਸੀਂ ਗੱਲ ਕਰੀਏ ਸ਼ਹੀਦ ਭਗਤ ਸਿੰਘ ਉਹਨਾਂ ਦੀ, ਰਾਜਗੁਰੂ ਸੁਖਦੇਵ ਉਹਨਾਂ ਦੀ ਗੱਲ ਕਰੀਏ, ਹਰੀ ਸਿੰਘ ਨਲੂਆ ਉਹਨਾਂ ਦੀ ਗੱਲ ਕਰੀਏ, ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਗੱਲ ਕਰੀਏ, ਜਿਨ੍ਹਾਂ ਨੂੰ ਅਸੀਂ ਕਿਸੇ ਟਾਈਮ ਸਾਡੇ ਦੇਸ਼ ਦਾ ਯੁਵਾ ਰੋਲ ਮਾਡਲ ਮੰਨਦਾ ਹੁੰਦਾ ਸੀ। ਕਿ ਅਸੀਂ ਹੁਣ ਰੋਲ ਮਾਡਲ ਸੰਜੂ ਨੂੰ ਮੰਨੀਏ? ਕੋਈ ਇੱਕ SP ਅੱਗੇ ਆਈ, ਬਹੁਤ ਚੰਗੀ ਗੱਲ ਹੈ, ਉਹਨਾਂ ਨੂੰ ਲੱਗਿਆ ਵੀ ਕੇਸ ਪਾਉਣੇ ਜਾਂ ਕੇਸ ਹੋਣੇ ਕੋਈ ਚੰਗੀ ਗੱਲ ਨਹੀਂ। 1.25 ਲੱਖ ਕਰੋੜ ਸਾਡੇ ਕਿਸਾਨਾਂ ਤੇ ਕਰਜ਼ਾ, 2.5 ਲੱਖ ਕਰੋੜ ਸਾਡੇ ਸੂਬੇ ਤੇ ਕਰਜ਼ਾ ਹੈ। ਅਸੀਂ ਕਿਹੜੇ ਕਿਸਾਨ ਦੀ ਗੱਲ ਕਰਦੇ ਹਾਂ ਜਿਹਦੇ ਕੋਲ 20,000 ਮਹੀਨੇ ਦੀ ਇਨਕਮ? ਹੁਣ ਸਾਡਾ ਜਿਹੜਾ ਯੂਥ ਹੈ ਉਹ ਵੱਧ ਕੀ ਹੈ, ਉਹਨਾਂ ਨੇ ਇੱਕ ਅਲੱਗ ਜਮਾਤ, ਇੱਕ ਅਲੱਗ ਕਚਹਿਰੀ ਸੋਸ਼ਲ ਮੀਡੀਆ ਤੇ ਬਣਾ ਲਈ ਹੈਗੀ, ਥੱਲੇ ਕਮੈਂਟ ਪਾਈ ਜਾਣੇ, ਤੂੰ ਐਂ ਤੂੰ ਐਂ ਤੂੰ ਐਂ, ਜਦ ਕਿ ਉਹਨਾਂ ਦੇ ਪੇਰੈਂਟਸ ਨੂੰ ਪੁੱਛ ਕੇ ਦੇਖੋ, ਉਹ ਕਦੇ ਨਹੀਂ ਚਾਹੁੰਦੇ ਹੈਗੇ। ਸਾਨੂੰ ਰੁਜ਼ਗਾਰ ਦੀ ਲੋੜ ਆ। ਸਾਡੇ ਜਿੰਨੇ ਗੈਂਗਸਟਰਸ ਦੇਖ ਲਓ, ਉਹਨਾਂ ਦਾ ਕੀ ਹਾਲ ਹੋਇਆ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਵੀਰ ਸਿੰਘ ਰਾਣਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ। ਇੱਕ ਨਵਾਂ ਵਿਵਾਦ ਛਿੜਿਆ ਹੈ। ਸਿੱਧੂ ਮੂਸੇਵਾਲੇ ਦਾ ਗੀਤ ਆਇਆ ਸੰਜੂ, ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਵੀ ਕਿਹਾ ਕਿ ਉਸ ਤੇ ਵੀ ਉਹੀ ਕੇਸ ਹੈ ਜਿਹੜਾ ਸੰਜੇ ਦੱਤ ਤੇ ਸੀਗਾ। ਉਧਰ ਬਠਿੰਡਾ ਦੇ SP ਅਵਨੀਤ ਕੌਰ ਸਿੱਧੂ ਜਿਹੜੇ ਓਲੰਪੀਅਨ ਵੀ ਨੇ, ਉਸ ਨੇ ਵੀ ਇਸ ਤੇ ਸਵਾਲ ਚੁੱਕੇ ਨੇ ਕਿ ਯੂਥ ਨੂੰ ਗਲਤ ਪਾਸੇ ਲਿਜਾਇਆ ਜਾ ਰਿਹਾ ਹੈ, ਕਿ ਜੇ ਪਰਚੇ ਹੋਣਾ, ਮੁਕੱਦਮੇ ਹੋਣਾ, ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੈ। ਇਸੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਜੀ ਮੌਜੂਦ ਨੇ। ਰਾਜਦੀਪ ਜੀ, ਸਿੱਧੂ ਮੂਸੇਵਾਲਾ ਬਹੁਤ ਫੈਨ ਫੋਲੋਇੰਗ ਹੈ, ਬਹੁਤ ਲੋਕ ਉਹਨੂੰ ਫੋਲੋ ਕਰਦੇ ਨੇ, ਮਿਲੀਅਨਸ ਦੇ ਵਿੱਚ ਉਸਦੇ ਗੀਤ ਚੱਲਦੇ ਨੇ। ਨਵਾਂ ਗੀਤ ਆਇਆ ਸੰਜੂ, ਜਿਸ ਨੂੰ ਲੈ ਕੇ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਅਵਨੀਤ ਕੌਰ ਸਿੱਧੂ ਜਾਂ ਵੱਖ-ਵੱਖ ਜਿਹੜੇ ਸਮਾਜਿਕ ਕਾਰਕੁਨ ਨੇ ਉਹ ਇਸ ਗੱਲ ਨੂੰ ਵਿਰੋਧ ਕਰ ਰਹੇ ਨੇ ਕਿ ਸਹੀ ਨਹੀਂ ਹੈਗਾ, ਕਿ ਤੁਸੀਂ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਹੋ ਜਾਂ ਤੁਸੀਂ ਪਰਚੇ ਹੋਣ ਨੂੰ ਬਹਾਦਰੀ ਦੱਸ ਰਹੇ ਹੋ। ਰਣਵੀਰ ਜੀ, ਵਿਚਾਰਨ ਵਾਲੀ ਗੱਲ ਜਿਹੜੀ ਇਹ ਹੈ ਇਸ ਮੁੱਦੇ ਵਿੱਚ ਜੀ, ਵੀ ਜਿਹੜਾ ਗਾਣੇ ਦਾ ਉਦੇਸ਼ ਕੀ ਆ ਜੀ, ਮਕਸਦ ਕੀ ਹੈਗਾ, ਹੈ ਨਾ। ਆਪਾਂ ਸੰਜੂ ਦੀ ਗੱਲ ਕਰਦੇ ਹੈਗੇ ਆ। ਦੇਖੋ, ਮੈਂ ਇਹੀ ਤਾਂ ਹੀ ਸੋਚਿਆ ਵੀ ਗੱਲ ਤਾਂ ਵਿਚਾਰਨੀ ਚਾਹੀਦੀ ਹੈ ਵੀ ਜੋ ਚੀਜ਼ ਸੰਜੇ ਦੱਤ ਨੇ ਕੀਤੀ ਸੀਗੀ ਕਿ ਸਾਡੇ ਦੇਸ਼ ਦੇ ਹਿੱਤ ਸੀਗੀ, ਉਸ ਜਿਸ ਕੇਸ 'ਚ ਇਹਦੇ ਟਾਡਾ ਲੱਗੀ ਸੀ ਕਿ ਅਸੀਂ ਚਾਹੁੰਦੇ ਹਾਂ ਵੀ ਸਾਡੇ ਦੇਸ਼ ਦਾ ਜਿਹੜਾ ਯੁਵਾ ਹੈਗਾ, ਸਾਡੇ ਪੰਜਾਬ ਦਾ ਜਿਹੜਾ ਯੁਵਾ ਹੈਗਾ, ਉਹ ਡਾਕਟਰ ਇੰਜੀਨੀਅਰ ਬਣਦੀ ਜਾਵੇ, ਟਾਡਾ ਦੇ ਕੇਸਾਂ 'ਚ ਫਸੇ। ਬਿਲਕੁਲ। ਹੁਣ ਅਸੀਂ ਉੱਪਰ ਦਾ ਪੰਜਾਬ ਸਟਾਰਟ ਹੋਇਆ ਹੈਗਾ ਅਤੇ ਕਿੰਨਾ ਵਿਰੋਧ ਹੋ ਰਿਹਾ ਉਹਦਾ, ਵੀ ਇਹ ਜਿਹੜਾ ਕਾਨੂੰਨ ਹੈ ਵੀ ਇਹ ਬਿਲਕੁਲ ਗਲਤ ਹੈਗਾ, ਇਹ 'ਚ ਧੱਕੇਸ਼ਾਹੀ ਹੋ ਰਹੀ ਹੈ, ਸਭ ਕੁਝ ਹੋ ਰਿਹਾ ਹੈਗਾ। ਕੋਈ ਇਹਦੇ 'ਚ ਦੇਖੋ, ਜਿਹੜਾ ਮੁਲਜ਼ਮ ਹੈਗਾ ਉਹਦੀ ਕੋਈ ਸੁਣਵਾਈ ਨਹੀਂ ਹੈਗੀ, ਕੋਈ ਜ਼ਮਾਨਤ ਨਹੀਂ ਹੈਗੀ। ਟਾਡਾ ਵੀ ਇਸੇ ਤਰ੍ਹਾਂ। ਹੁਣ ਟਾਡਾ ਸੀਗਾ, ਉਹ 'ਚ 256 ਬੰਦੇ ਮਰੇ ਸੀਗੇ ਜੀ, ਜਿਹੜਾ ਉਦੋਂ ਮਰਿਆ ਸੀਗਾ 1993 'ਚ ਜਿਹੜਾ ਬੰਬ। ਅਸੀਂ ਆਪਣੇ ਦੇਸ਼ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ, ਸਾਨੂੰ ਚਲੋ ਸਿੱਧੂ ਮੂਸੇਵਾਲੇ ਦੀ ਗੱਲ ਨਹੀਂ ਕਰਦੇ ਹੈਗੇ। ਉਹ ਕੀ ਮੈਸੇਜ ਦੇ ਰਹੇ, ਅਸੀਂ ਮੈਸੇਜ ਦਾ ਜਵਾਬ ਦੇ ਰਹੇ ਹੈਗੇ ਕਿ ਉਹ ਸਹੀ ਸੀ। ਜੇ 256 ਲੋਕ ਮਰੇ, 256 ਪਰਿਵਾਰ ਮਰੇ, ਕੀ ਉਹ ਬੰਬ ਧਮਾਕਾ ਸਹੀ ਸੀਗਾ? ਕੀ ਉਹ ਇੱਕ ਗਲੋਰੀਫਾਈ ਕਰਨ ਵਾਲੀ ਚੀਜ਼ ਸੀ, ਕੋਈ ਮਾਣ ਕਰਨ ਵਾਲੀ ਚੀਜ਼ ਸੀਗੀ? ਹਾਂ, ਵੀ ਸੰਜੇ ਦੱਤ ਤੇ ਜੇ ਪਰਚਾ ਹੋਇਆ ਤਾਂ ਮਾਣ ਵਾਲੀ ਗੱਲ ਹੈ ਕੋਈ। ਦੇਖੋ, ਅਸੀਂ ਕਹਿੰਦੇ ਪਰਚਾ ਹੋਣਾ, ਕੀ ਪਰਚਾ ਕਿਸੇ 326 ਦਾ, 307 ਦਾ, ਕਿਸੇ ਦੇ 302 ਦਾ ਪਰਚਾ ਹੋਣਾ, ਕੀ ਇਹ ਚੰਗੀ ਗੱਲ ਹੈ? ਕੀ ਉਹਦੇ ਪਰਿਵਾਰ ਲਈ, ਸਾਡੇ ਸਮਾਜ ਲਈ ਉਹਦਾ ਕੀ ਬਾਅਦ 'ਚ ਨਤੀਜੇ ਨਿਕਲਦੇ ਨੇ? ਕਦੇ ਦੇਖੇ ਨੇ? ਜਿਹੜੇ ਭੁਗਤਦੇ ਉਹਨਾਂ ਨੂੰ ਪੁੱਛ ਕੇ ਦੇਖੋ ਜੀ। ਤੁਸੀਂ ਫੋਕੀ ਸ਼ੌਹਰਤ ਲਈ, ਛੋਟੇ ਬਾਈਪਾਸ ਰਸਤੇ ਵਾਸਤੇ, ਜਲਦੀ ਸ਼ੌਹਰਤ ਹਾਸਲ ਕਰਨ ਲਈ, ਠੀਕ ਹੈ, ਤੁਸੀਂ ਕੰਮ ਗਾਓ, ਤੁਸੀਂ ਤੁਹਾਡੇ ਕੋਲ ਹੁਨਰ ਹੈਗਾ, ਰੱਬ ਨੇ ਤੁਹਾਨੂੰ ਕਲਾ ਦਿੱਤੀ ਹੈਗੀ ਆ, ਚੰਗੀ ਗੱਲ ਹੈ। ਅਸੀਂ ਕਹਿੰਦੇ ਤੁਸੀਂ ਹੋਰ ਤਰੱਕੀ ਕਰੋ, ਸਾਨੂੰ ਤੁਹਾਡੀ ਤਰੱਕੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਤੁਸੀਂ ਜਿਹੜਾ ਤੁਹਾਡਾ ਗਿਆਨ ਹੈਗਾ ਜਾਂ ਤੁਹਾਡੇ ਜਿਹੜਾ ਹੁਨਰ ਹੈਗਾ ਉਹਨੂੰ ਕੁਛ ਚੰਗੇ ਪਾਸੇ ਲਾਓ ਜੀ। ਅਸੀਂ ਚਾਹੁੰਦੇ ਹਾਂ ਵੀ ਦੇਖੋ, ਅਸੀਂ ਗੱਲ ਕਰੀਏ ਸ਼ਹੀਦ ਭਗਤ ਸਿੰਘ ਉਹਨਾਂ ਦੀ, ਰਾਜਗੁਰੂ ਸੁਖਦੇਵ ਉਹਨਾਂ ਦੀ ਗੱਲ ਕਰੀਏ, ਹਰੀ ਸਿੰਘ ਨਲੂਆ ਉਹਨਾਂ ਦੀ ਗੱਲ ਕਰੀਏ, ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਗੱਲ ਕਰੀਏ, ਜਿਨ੍ਹਾਂ ਨੂੰ ਅਸੀਂ ਕਿਸੇ ਟਾਈਮ ਸਾਡੇ ਦੇਸ਼ ਦਾ ਯੁਵਾ ਰੋਲ ਮਾਡਲ ਮੰਨਦਾ ਹੁੰਦਾ ਸੀ। ਕਿ ਅਸੀਂ ਹੁਣ ਰੋਲ ਮਾਡਲ ਸੰਜੂ ਨੂੰ ਮੰਨੀਏ? ਕਿ ਅਸੀਂ ਸਾਰੇ ਯੂਥ ਨੂੰ ਇਹ ਕਹੀਏ ਵੀ ਤੁਸੀਂ ਠੀਕ ਹੈ, ਤੁਸੀਂ ਬੰਦੂਕਾਂ ਚੱਕੋ,
ਤੁਸੀਂ ਬੰਦੂਕਾਂ ਚੱਕੋ ਤੇ ਤੁਸੀਂ ਗੈਰ ਕਾਨੂੰਨੀ ਕੰਮ ਕਰੋ ਤੇ ਬਾਅਦ 'ਚ ਪੜ੍ਹਦੇ ਪਰਚੇ ਪਾਓ। ਅੱਛਾ, ਅਸੀਂ ਕਹਿੰਦੇ ਕਿ ਪੜ੍ਹ ਲਿਖ ਕੇ ਕੋਈ IPS ਬਣੇ, ਕੋਈ IAS ਬਣੇ, ਕੋਈ ਚੰਗੇ ਮੁਕਾਮ ਤੇ ਪਹੁੰਚੇ। ਜੇ ਹੋਰ ਦੇਸ਼ਾਂ ਦੇ ਵਿੱਚ ਵੀ ਜਦੋਂ ਸਾਡੇ ਪੰਜਾਬੀ ਜਾਂਦੇ ਨੇ ਤਾਂ ਸਾਡਾ ਸਿਰ ਮਾਣ ਨਾਲ ਉੱਚਾ ਹੁੰਦਾ ਕਿ ਇਹ ਬੰਦੇ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਇਹ ਵੀ ਕੋਈ ਉਪਲਬਧੀ ਹੈ ਵੀ 26 ਦਾ ਪਰਚਾ ਹੋ ਗਿਆ ਜਾਂ 302 ਦਾ ਹੋ ਗਿਆ ਜਾਂ 307 ਦਾ ਹੋ ਅਸੀਂ ਗਿਆ। ਕੀ ਦਿਖਾ ਰਹੇ ਹਾਂ? ਲੜ ਕੌਣ ਰਿਹਾ? ਸਾਡੇ ਲੋਕ ਆਪਸ 'ਚ ਲੜਾਈ ਦੀ ਗੱਲ ਹੈ। ਅਸੀਂ ਦੇਖੋ, ਅਸੀਂ ਹਿੰਦ ਪਾਕ ਦੀ ਲੜਾਈ ਹੋਵੇ, ਸਾਡੇ ਫੌਜੀ ਲੜਨ, ਸਾਡੇ ਦੇਸ਼ ਦੇ ਨਾਗਰਿਕ ਲੜਨ, ਠੀਕ ਹੈ, ਸਾਡਾ ਯੂਥ ਲੜੇ ਦੇਸ਼ ਲਈ, ਉਹ ਸਾਡੇ ਲਈ ਮਾਣ ਦੀ ਗੱਲ ਹੈ। ਇਹ ਕੀ ਦਿਖਾਇਆ ਜਾ ਰਿਹਾ? ਦੋ ਤਰ੍ਹਾਂ ਨੇ, ਦੋ ਆਪਸੀ ਤਰ੍ਹਾਂ ਨੇ। ਸਾਡੇ ਸੂਬੇ ਦੇ ਲੋਕ ਨੇ, ਆਪਸੀ ਲੋਕ ਭਿੜ ਰਹੇ ਨੇ, ਜਾਂ ਪਿੰਡ ਦੇ ਪਿੰਡ 'ਚ ਲੜ ਰਹੇ ਨੇ, ਪਿੰਡ 'ਚ ਲੜਾਈ ਹੋ ਰਹੀ ਹੈ, ਜਾਂ ਰਾਜਨੀਤਿਕ ਲੜਾਈ ਹੋਈ ਹੈ, ਕਾਲਜ ਦੇ ਵਿੱਚ ਲੜਾਈ ਹੈ, ਸਕੂਲ ਕਾਲਜ 'ਚ ਲੜਾਈ ਹੋ ਰਹੀ ਹੈ। ਉਹ ਕੀ ਅਸੀਂ ਮੈਸੇਜ ਦੇ ਰਹੇ ਹਾਂ? ਜੇ ਉਹ ਠੀਕ ਹੈ, ਜੇ ਅਸੀਂ ਦਿਖਾਈਏ ਅਸੀਂ ਦੇਸ਼ ਲਈ ਲੜੇ ਹੈਗੇ, ਦੇਸ਼ ਲਈ ਸਾਡੀ ਕੁਰਬਾਨੀ ਹੈ, ਸਮਾਜ ਲਈ ਸਾਡੀ ਕੁਰਬਾਨੀ ਹੈ। ਜਾਂ ਇੱਕ ਹੋਰ ਸੀਗਾ ਰਾਜਦੀਪ ਜੀ ਕਿ ਤੁਸੀਂ ਕੋਈ ਖਿਡਾਰੀ ਬਣੋ, ਉਹਦੇ ਵਿੱਚ ਕੋਈ ਮੈਡਲ ਲਿਆਓ, ਉਹ ਵੀ ਉਸੇ ਤਰ੍ਹਾਂ ਹੁੰਦਾ ਖੇਡ ਕੇ ਜਿੱਤਣਾ ਜਾਂ ਲੜ ਕੇ ਜਿੱਤਣਾ। ਤੁਸੀਂ ਆਪਣਾ ਜੇ ਸਮਾਜ 'ਚ ਹੁਣ ਅਸੀਂ IAS ਦੀ ਗੱਲ ਕਰਦੇ ਹਾਂ ਜੀ, ਸਿਵਲ ਸਰਵਿਸਿਜ਼ ਦੀ ਗੱਲ ਕਰਦੇ, ਸਾਡਾ ਅਸੀਂ ਜਿਹੜੇ ਸਿੱਖ ਆ ਨਾ, ਕਿਸੇ ਟਾਈਮ ਸਾਡਾ ਜਿਹੜਾ ਅਸੀਂ 2.5 ਤੋਂ 3% ਹੁੰਦੇ ਸੀਗੇ, ਅਸੀਂ 0.5% ਰਹਿ ਗਏ ਹਾਂ ਉਹਦੇ ਵਿੱਚ। ਮਤਲਬ IAS IPS ਸਾਡੇ ਸਮਾਜ ਦਾ ਪ੍ਰਭਾਵ, ਸਾਡੇ ਯੂਥ ਤੇ YouTube ਦਾ ਮੈਕਸਿਮਮ ਜਿਹੜਾ ਵਿਊਰ ਹੈਗਾ 18 ਤੋਂ 35 ਸਾਲ ਦਾ ਜੀ। ਸਾਡਾ ਯੂਥ ਹੈ, ਯੁਵਾ। ਉਹਨਾਂ ਦੇ ਪੇਰੈਂਟਸ ਕੀ ਚਾਹੁੰਦੇ ਨੇ ਤੇ ਯੁਵਾ ਕੀ ਚਾਹੁੰਦੇ ਨੇ, ਉਹ ਵੱਖਰੀ ਵੱਖਰੀ ਸੋਚ ਹੈ। ਪੇਰੈਂਟਸ ਚਾਹੁੰਦੇ ਬੱਚਿਆਂ ਦਾ ਭਲਾ, ਬੱਚੇ ਪੜ੍ਹ ਲਿਖ ਕੇ ਚੰਗੇ ਇਨਸਾਨ ਬਣਨ, ਸਮਾਜ ਲਈ ਇੱਕ ਮਿਸਾਲ ਬਣਨ, ਤੇ ਉਹਨਾਂ ਦਾ ਜਿਹੜਾ ਆਰਥਿਕ ਬੋਝ ਚੱਕਣ, ਪਰਿਵਾਰ ਨੂੰ ਪਾਲਣ, ਚੰਗੇ ਜੀਵਨ ਸ਼ੈਲੀ ਜੀਣ ਆਪਣੀ। ਤੇ ਅਸੀਂ ਉਸ ਤਰ੍ਹਾਂ ਦਾ ਕੋਈ ਸਟੈਪ ਲਈਏ। ਤੁਸੀਂ ਉਹ ਸਿੰਗਰ ਸੀ ਗਰੇਵਾਲ, ਉਹਨਾਂ ਦਾ ਗਾਣਾ ਆਇਆ ਸੀਗਾ, ਹਰਦੀਪ ਗਰੇਵਾਲ ਦਾ। ਉਹ ਦੇਖੋ, ਉਹ ਗਾਣਾ ਕਿੰਨਾ ਵਧੀਆ ਸੀਗਾ, ਮੋਟੀਵੇਟ ਕਰਦਾ, ਤੁਮਕਾ ਤੁਮਕਾ ਕਰਕੇ ਗੁੱਡੀ ਚੜ੍ਹਦੀ ਜਾਂਦੀ ਹੈ। ਉਹ ਇੱਕ ਸਮਾਜ ਨੂੰ ਮੋਟੀਵੇਸ਼ਨਲ ਚੀਜ਼ ਸੀਗੀ। ਕਿਸ ਤਰ੍ਹਾਂ ਉਹਨੂੰ ਪਹਿਲਾਂ ਦਰਕਾਰਿਆ ਗਿਆ ਸਿਸਟਮ ਦੁਆਰਾ, ਫਿਰ ਉਹ ਕਿਸ ਤਰ੍ਹਾਂ ਸਿਸਟਮ ਨੂੰ ਲੜਿਆ ਤੇ ਉਹਨੇ ਇੱਕ ਮੁਕਾਮ ਹਾਸਲ ਕੀਤਾ ਹੈ। ਬਿਲਕੁਲ। ਵੀ ਸਾਡਾ ਦੇਖੋ, ਹੁਣ ਅਸੀਂ ਕਿਸਾਨੀ ਦੀ ਗੱਲ ਕਰਦੇ ਹਾਂ, ਮੈਂ ਅਕਸਰ ਦੇਖਦਾ ਵੀ ਜਿੱਥੋਂ ਮੈਨੂੰ ਇਹ ਚੀਜ਼ ਲੱਗੀ ਹੈਗੀ ਆ, ਦੇਖੋ ਇੱਕ SP ਅੱਗੇ ਆਏ, ਬਹੁਤ ਚੰਗੀ ਗੱਲ ਹੈ। ਉਹਨਾਂ ਨੂੰ ਲੱਗਿਆ ਵੀ ਕੇਸ ਪਾਉਣੇ ਜਾਂ ਕੇਸ ਹੋਣੇ ਕੋਈ ਚੰਗੀ ਗੱਲ ਨਹੀਂ, ਕਿਉਂਕਿ ਉਹ ਵੀ ਰੋਜ਼ ਦਾ। ਅਸੀਂ ਕਿਸਾਨੀ ਦੀ ਗੱਲ ਕਰਦੇ ਹਾਂ, ਅਸੀਂ ਜੱਟ ਹੋਣ ਦੀ ਗੱਲ ਕਰਦੇ ਹਾਂ ਵੀ ਜੱਟ ਹੈ, ਜੱਟ ਦੇ ਹਾਲਾਤ ਕੀ ਨੇ ਜੀ? ਇੱਕ ਕਿਸਾਨ ਦੇ, ਸਾਡੇ ਸੂਬੇ ਦੇ 65% ਜਿਹੜੀ ਸਾਡੀ ਆਮਦਨ ਹੈ ਲੋਕਾਂ ਦਾ, ਮਾਲੀਏ ਦਾ ਸਰੋਤ ਜਿਹੜਾ ਸਾਡਾ ਹੈਗਾ, ਮਾਲੀ ਹਾਲਤ ਜਿਹੜੀ ਸਾਡੀ ਹੈਗੀ ਆ, ਕਿੰਨੀ ਬੱਤਰ ਹੈ। 65% ਸਾਡੇ ਸੂਬੇ 'ਚ ਕਿਸਾਨ ਨੇ ਜੀ। 85% ਕਿਸਾਨ ਇਹੋ ਜਿਹਾ ਹੈਗਾ ਜਿਹਦੀ 5 ਕਿੱਲੇ ਜ਼ਮੀਨ ਘੱਟ ਆ। ਜਿਹਦੇ ਕੋਲ 5 ਕਿੱਲੇ ਜ਼ਮੀਨ ਘੱਟ ਆ, ਉਹ ਸਾਲ ਦੀ 2 ਲੱਖ ਤੋਂ 2.25 ਲੱਖ ਦੀ ਇਨਕਮ ਬਣਦੀ ਹੈ, 2 ਲੱਖ ਦੀ। ਤੇ ਪਰ ਮੰਥ ਕਿੰਨੇ ਦੀ ਬੈਠ ਗਈ ਜੀ? ਉਹ ਜੀ 20,000 ਰੁਪਏ ਦੀ। 20,000 ਰੁਪਏ ਦਾ ਹੋ ਸਕਦਾ ਜੀ। ਅਸੀਂ ਕਿਵੇਂ ਇੱਕ ਅੱਛੇ ਸਮਾਜ ਦੀ, ਕਿਵੇਂ ਅਸੀਂ ਇੱਕ ਅੱਛੇ ਭਵਿੱਖ ਦੀ ਉਹ ਸੇਧ ਲੈ ਸਕਦੇ ਹਾਂ? ਕਰਜ਼ਾ ਵੀ ਬਹੁਤ ਹੈ ਕਿਸਾਨਾਂ ਤੇ। ਮੈਂ ਉਹੀ ਕਿਸਾਨੀ ਦੀ ਗੱਲ ਕਰਦਾ। ਹਰ ਵੇਲੇ ਕਿਸਾਨ ਨੂੰ ਜੱਟ ਕਰਕੇ, ਹੁਣ ਕੇਂਦਰ ਸਰਕਾਰ ਇਹ ਕਹਿੰਦੀ ਹੈਗੀ ਹੈ, ਮੈਂ ਖੁਦ ਸੁਣਿਆ ਦੇਸ਼ ਦੇ ਪ੍ਰਧਾਨ ਮੰਤਰੀ ਗੱਲ ਕਹਿੰਦੇ ਪੰਜਾਬ ਸੂਬੇ ਕੋਲ ਤਾਂ ਬਹੁਤ ਕੁਛ ਹੈ, ਬਹੁਤ ਅਮੀਰ ਸੂਬਾ। ਕੀ ਸਾਡਾ ਅਮੀਰ ਸੂਬਾ? 85 ਸਾਡੇ 1.25 ਲੱਖ ਕਰੋੜ ਕਿਸਾਨਾਂ ਤੇ ਕਰਜ਼ਾ ਜੀ। 2017 ਚ 370 ਕਿਸਾਨ ਮਰੇ, 2018 ਚ 450, 2019 ਚ 507 ਕਿਸਾਨ ਮਰੇ। ਹਰ ਰੋਜ਼ 2 ਕਿਸਾਨ ਖੁਦਕੁਸ਼ੀ ਨਾਲ ਮਰ ਰਿਹਾ। 1.25 ਲੱਖ ਕਰੋੜ ਸਾਡੇ ਕਿਸਾਨਾਂ ਤੇ ਕਰਜ਼ਾ, 2.5 ਲੱਖ ਕਰੋੜ ਸਾਡੇ ਸੂਬੇ ਤੇ ਕਰਜ਼ਾ ਹੈਗਾ। ਅਸੀਂ ਕਿਹੜੇ ਕਿਸਾਨ ਦੀ ਗੱਲ ਕਰਦੇ ਹਾਂ? ਜਿਹਦੇ ਕੋਲ 20,000 ਮਹੀਨੇ ਦੀ ਇਨਕਮ, ਜਿਹਦਾ ਇੱਕ ਬੱਚਾ ਫੈਕਟਰੀ 'ਚ ਕੰਮ ਕਰਦਾ ਪਿਆ, ਜਿਹਨੂੰ ਆਪਣਾ ਭਵਿੱਖ ਵਿਦੇਸ਼ 'ਚ ਦਿਖਦਾ ਪਿਆ ਹੈਗਾ। ਤੁਸੀਂ ਦੇਖੋ ਨਾ, ਦੇਸ਼ ਦਾ ਆਰਥਿਕ ਹਾਲਾਤ ਸਾਡੇ ਕੀ ਹੈ, ਸਾਡੇ ਮਾਲੀ ਹਾਲਾਤ ਸੂਬੇ ਦੇ ਕੀ, ਕਿਸਾਨ ਦੇ। ਇੱਕ ਹੋਰ ਸਰ ਕਹਿਣ ਦੀ ਗੱਲ ਹੈਗੀ ਹੈ ਕਿ ਜਿਹੜੇ ਮਾਨਸਾ, ਬਠਿੰਡਾ, ਜਿਹੜੇ ਇਸ ਤਰ੍ਹਾਂ ਦੇ, ਆਪਣਾ ਜਿਹੜਾ ਮਾਨਸਾ ਸਭ ਤੋਂ ਜ਼ਿਆਦਾ ਕਿਸਾਨੀ ਜਿਹੜੀ ਖੁਦਕੁਸ਼ੀ ਹੋ ਰਹੀ ਮਾਨਸੇ 'ਚ ਹੋ ਰਹੀਆਂ ਨੇ। ਕੀ ਇਹਨਾਂ ਨੂੰ ਦਿਖਿਆ ਨਹੀਂ ਹੈ ਵੀ ਸਾਡੇ ਮੇਰੇ ਹਲਕੇ ਦੇ ਮੇਰੇ ਜ਼ਿਲ੍ਹੇ ਦੇ ਵਿੱਚ, ਮੈਂ ਦੇਖੋ ਸਾਰੇ ਪੰਜਾਬ ਨੂੰ, ਸਾਰੀ ਦੁਨੀਆ 'ਤੇ ਮੇਰਾ ਮੈਕ ਸਟਾਰ ਆ, ਫੇਮ ਹੈਗਾ। ਅਸੀਂ ਕਹਿੰਦੇ ਚੰਗੀ ਗੱਲ ਆ, ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸਾਡੇ ਸੂਬੇ ਨੂੰ, ਸਾਡੇ ਇੱਕ ਪਗੜੀ ਨੂੰ ਤੁਸੀਂ ਦੁਨੀਆ 'ਚ ਲੈ ਕੇ ਗਏ ਹੋ, ਸਾਡੇ ਲਈ ਇਹ ਵੀ ਮਾਣ ਦੀ ਗੱਲ ਹੈਗੀ ਹੈ। ਹਾਂ, ਤੁਹਾਡੇ ਕੋਲ ਇੱਕ ਕਲਮ ਹੈ, ਤੁਹਾਡੇ ਕੋਲ ਸਮਝ ਹੈ, ਉਹਨੂੰ ਇੱਕ ਚੰਗੇ ਪਾਸੇ ਲਾਓ। ਤੁਸੀਂ ਦੇਖੋ ਕਮਰਸ਼ੀਅਲ ਮਾਡਲ ਕਰੋ, ਪਰ ਇੱਕ ਸੀਮਾ 'ਚ ਰਹਿ ਕੇ। ਅੱਛਾ, ਇਹਦੇ ਵਿੱਚ ਇੱਕ ਵੱਡਾ ਸਵਾਲ ਸੀਗਾ ਕਿ ਤੁਸੀਂ ਗੱਲ ਕੀਤੀ ਹੈ ਕਿ 0.5% ਰਹਿ ਗਏ IAS IPS ਜਿਹੜੇ ਪੰਜਾਬੀ ਨੇ ਜਾਂ ਸਿੱਖ ਨੇ। ਘਟਦੀ ਜਾ ਰਹੀ ਹੈ ਇਹ ਗਿਣਤੀ। ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਜਿਹੜੇ ਮੁਕਾਮ ਨੇ, ਕਿਸੇ ਵੇਲੇ ਅਸੀਂ ਹਾਕੀ ਦੇ ਵਿੱਚ ਬਹੁਤ ਸਾਡੇ ਪੰਜਾਬੀ ਖਿਡਾਰੀ ਜਿਹੜੇ ਅੱਗੇ ਜਾਂਦੇ ਸੀਗੇ, ਕ੍ਰਿਕਟ ਦੇ ਵਿੱਚ ਵੀ, ਫੁੱਟਬਾਲ ਦੇ ਵਿੱਚ। ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦੇ ਜਾਂ ਪੰਜਾਬ ਦੇ ਜਿਹੜੇ ਯੁਵਾ ਉਹ ਇਹਨਾਂ ਅਵਲ ਆਵੇ ਜਾਂ ਆਪਣੇ ਪੰਜਾਬ ਲਈ, ਆਪਣੇ ਦੇਸ਼ ਲਈ ਕੁਝ ਕਰੇ। ਤੁਸੀਂ ਕੋਈ ਜ਼ਿੰਦਗੀ ਮੁਕਾਮ ਹਾਸਲ ਕਰਨਾ ਨਾ ਜੀ, ਤੁਹਾਨੂੰ ਜਿਹੜਾ ਟੀਚਾ ਤੁਹਾਡਾ, ਉਹਦੇ ਪਹੁੰਚਣ ਲਈ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ, ਬਹੁਤ ਕੁਰਬਾਨੀਆਂ ਨੇ ਜ਼ਿੰਦਗੀ ਦੇ ਵਿੱਚ ਜੀ। ਉਹਨੂੰ ਜੇ ਤੁਹਾਡੀ ਮਾਨਸਿਕ ਸਥਿਤੀ, ਤੁਹਾਡਾ ਮਿਆਰੀਕਰਨ, ਜਿਹੜਾ ਸਿੱਖਿਆ ਦਾ ਮਿਆਰੀਕਰਨ, ਤੁਹਾਡੇ ਪਰਿਵਾਰ ਵੱਲੋਂ ਤੁਹਾਨੂੰ ਸਿੱਖਿਆ ਮਿਲਦੀ, ਤੁਹਾਨੂੰ ਸਕੂਲੀ ਐਜੂਕੇਸ਼ਨ ਕਹੀ ਮਿਲਦੀ ਆ, ਉਹਦਾ ਬਹੁਤ ਵੱਡਾ ਰੋਲ ਹੈ ਵਿੱਚ। ਤੁਸੀਂ ਆਪਣੇ ਗੋਲ ਨੂੰ ਹਾਸਲ ਕਰਨਾ ਜ਼ਿੰਦਗੀ ਦੇ ਵਿੱਚ। ਹੁਣ ਸਾਡਾ ਜਿਹੜਾ ਯੂਥ ਹੈ, ਉਹ ਵੱਧ ਕੀ ਹੈ, ਉਹਨਾਂ ਨੇ ਇੱਕ ਅਲੱਗ ਜਮਾਤ, ਇੱਕ ਅਲੱਗ ਕਚਹਿਰੀ
ਸੋਸ਼ਲ ਮੀਡੀਆ 'ਤੇ ਬਣਾ ਲਈ ਹੈਗੀ ਆ। ਥੱਲੇ ਕਮੈਂਟ ਪਾਈ ਜਾਣੇ, ਤੂੰ ਐ ਤੂੰ ਐ ਤੂੰ ਐ, ਜਦ ਕਿ ਉਹਨਾਂ ਦੇ ਪੇਰੈਂਟਸ ਨੂੰ ਪੁੱਛ ਕੇ ਦੇਖੋ, ਉਹ ਕਦੇ ਨਹੀਂ ਚਾਹੁੰਦੇ ਹੈਗੇ। ਉਹਨਾਂ ਨੂੰ ਹਜੇ ਸਮਝ ਨਹੀਂ, ਜ਼ਿੰਦਗੀ ਦੇ ਤਜਰਬੇ, ਉਮਰ ਦੇ ਤਜਰਬੇ, ਬੰਦੇ ਨੂੰ ਜਿਹੜਾ ਲਾਈਫ ਦਾ ਐਕਸਪੀਰੀਅੰਸ ਆ ਉਹ ਠੋਕਰ ਖਾ ਕੇ ਆਉਂਦਾ ਤੇ ਉਮਰ ਦਾ ਆਉਂਦਾ। ਜਿਹਦਾ ਬੱਚਾ ਕੋਈ 18-19 ਸਾਲ ਦਾ, ਜਿਹਦੇ ਤੇ ਕੋਈ 26 ਦਾ ਪਰਚਾ ਹੋ ਜਾਵੇ ਜਾਂ ਉਹਨੂੰ ਅਦਾਲਤ ਜਾਣਾ ਪੈ ਜਾਵੇ ਤਾਂ ਜਾਂ ਜੇਲ੍ਹ ਜਾਣਾ ਪੈ ਜਾਵੇ, ਉਹਦੇ ਮਾਪੇ ਤੇ ਕੀ ਗੁਜ਼ਰਦੀ ਹੈ ਤੇ ਉਹਦਾ ਕਰੀਅਰ ਕੀ ਰਹਿ ਜਾਂਦਾ। ਦੇਖੋ ਉਸ ਬੱਚੇ ਦਾ ਕਰੀਅਰ ਸਾਰਾ ਖਤਮ। ਸਾਡੇ ਜਿੰਨੇ ਮੁੰਡੇ ਸੀਗੇ, ਯੂਥ ਸਾਡੇ ਗੈਂਗਸਟਰ ਦੀ ਅਸੀਂ ਗੱਲ ਕਰਦੇ ਹੈਗੇ, ਵਿਚਾਰਿਆਂ ਦਾ ਕੀ ਹਾਲ ਹੋਇਆ ਸਾਰਿਆਂ ਦਾ। ਬਿਲਕੁਲ, ਉਹਨਾਂ ਦੇ ਮਾਪੇ ਨੇ ਕਿੰਨੀਆਂ ਉਹਨਾਂ ਨੇ ਕਿਸੇ ਦਾ ਕਿਸੇ ਪ੍ਰਭਾਵ ਚੱਕਦਾ ਇਹ ਰਸਤਾ ਚੁਣਿਆ ਕਿਉਂਕਿ ਉਹਨਾਂ ਦਾ ਅਮਰੀਕਨ ਜਿਹੜਾ ਐਜੂਕੇਸ਼ਨ ਆ ਚੰਗਾ ਨਹੀਂ ਸੀਗਾ। ਅਸੀਂ ਗੱਲ ਚੁੱਕੀ ਸਾਡੀ ਐਜੂਕੇਸ਼ਨ ਸਿਸਟਮ ਦੇ ਉੱਪਰ, ਸਾਡੇ ਸਿਹਤ ਸਿਸਟਮ ਦੇ ਉੱਪਰ। ਸਾਨੂੰ ਇਹਨਾਂ ਚੀਜ਼ਾਂ 'ਚ ਸੁਧਾਰ ਦੀ ਲੋੜ ਹੈਗੀ, ਸਾਨੂੰ ਰੁਜ਼ਗਾਰ ਦੀ ਲੋੜ ਆ। ਸਾਨੂੰ ਸਾਡੇ ਜਿੰਨੇ ਗੈਂਗਸਟਰਸ ਦੇਖ ਲਓ ਭਾਈ, ਉਹਨਾਂ ਦਾ ਕੀ ਹਾਲ ਹੋਇਆ ਜੀ। ਪੇਰੈਂਟਸ ਰੁਲ ਗਏ ਉਹਨਾਂ ਦੇ, ਆਪ ਵਿਚਾਰੇ ਚਲੇ ਗਏ ਉਹਨਾਂ ਸਾਰਿਆਂ ਦੀਆਂ ਸੀਗੇ, ਸਾਡੇ ਵਰਗੇ ਹੀ ਨਾ। ਸਾਡੇ ਨੇ ਆਪਸ 'ਚ ਲੜ ਕੇ ਮਰੇ ਨੇ ਸਾਰੇ ਆਪਸ ਦੇ ਵਿੱਚ। ਇਹ ਲੜਾਈ ਜਿਹੜੀ ਆ ਇਹ ਆਪਸੀ ਕਿਉਂ ਹੈ? ਜੇ ਤੁਸੀਂ ਕੋਈ ਪ੍ਰਭਾਵ ਜੀ, ਅਸੀਂ ਇਹਨਾਂ ਦਾ ਇੱਕ ਗਾਣਾ ਮੈਂ ਸੁਣਦਾ ਬਈ, ਧੱਕਾ, ਉਹ ਕੀ ਸੀ ਉਹਦਾ ਥੀਮ ਗਾਣੇ ਦਾ ਜੀ? ਕੀ ਆਮ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਹੋ ਸਕਦਾ ਹੈਗਾ? ਤੁਸੀਂ ਇੱਕ ਭਾਵਨਾ ਤੁਹਾਡੇ 'ਚ ਆਉਂਦੀ ਆ, ਠੀਕ ਹੈ, ਤੁਸੀਂ ਉਹ ਟੀਚਾ ਨਹੀਂ ਹਾਸਲ ਕਰ ਸਕਦੇ, ਪਰ ਤੁਸੀਂ ਜਿੰਨੀ ਤੁਹਾਡੀ ਸਮਰੱਥਾ ਹੁੰਦੀ ਹੈ ਤੁਸੀਂ ਉਹ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਡੇ 'ਤੇ ਪ੍ਰਭਾਵ ਪੈਂਦਾ ਹੈਗਾ। ਅੱਛਾ, ਇਹ ਕਿੰਨੇ ਕੁ ਗੀਤ ਜਿਹੜੇ, ਕਿਉਂਕਿ ਗੀਤ ਸਾਰੇ ਤਾਂ ਹੁਣ ਮੈਸੇਜ ਦੇ ਨਹੀਂ ਸਕਦੇ ਹੈਗੇ, ਐਂਟਰਟੇਨਮੈਂਟ ਵੀ ਹੁੰਦੀ ਹੈ ਗੀਤਾਂ ਹਰ ਚੀਜ਼ ਦੀ ਸੀਮਾ ਹੋਣੀ ਚਾਹੀਦੀ ਹੈ। ਤੁਸੀਂ ਦੇਖੋ ਐਡੇ ਐਡੇ ਹਥਿਆਰ, ਮਤਲਬ ਮੈਨੂੰ ਸੰਜੇ ਦੱਤ ਦੀ ਐਗਜ਼ਾਮਪਲ ਤੋਂ ਪ੍ਰੋਬਲਮ ਆਈ ਆ। ਇੱਕ 56 ਮਿਲੀ ਸੀਗੀ। ਅਸੀਂ ਪੰਜਾਬ ਦੇ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਅਸੀਂ ਸੰਜੇ ਦੱਤ ਨੂੰ, ਸੰਜੇ ਦੱਤ 13 ਦਿਨ ਉਹਦੀ ਬੁੱਕ ਪੜ੍ਹ ਕੇ ਦੇਖੋ, ਅੰਦਰ ਰੋਂਦਾ ਰਿਹਾ ਸੀਗਾ ਜੇਲ੍ਹ ਦੇ ਵਿੱਚ, ਤੇ ਜਦੋਂ ਕੋਰਟ 'ਚ ਫੈਸਲਾ ਹੁੰਦਾ ਹੱਥ ਜੋੜ ਕੇ ਰੋਂਦਾ ਹੁੰਦਾ ਸੀ ਉਹ। ਬਿਲਕੁਲ, ਇਹ ਸੰਜੇ ਦੱਤ ਦੀ ਅਸਲੀ ਤੁਸੀਂ ਇਹ ਲੈ ਕੇ ਆਓ ਨਾ। ਤੁਸੀਂ ਕਹਿੰਦੇ ਸੰਜੇ ਦੱਤ ਦਾ AK-57 ਚ ਉਹਨਾਂ ਦਾ ਜ਼ੋਰ ਸੀ, ਸੰਜੇ ਦੱਤ ਦਾ, ਉਹਦੀ ਪਰਿਵਾਰਕ ਪਹੁੰਚ ਸੀਗੀ, ਰਾਜਨੀਤਿਕ ਪਹੁੰਚ ਸੀਗੀ ਉਹਦੀ, ਤਾਂ ਉਹ ਬਚ ਕੇ ਨਿਕਲ ਗਈ। ਆਮ ਕੋਈ ਹੁੰਦਾ ਹੈ ਉਸ ਕੇਸ ਸਾਰੇ ਅੰਦਰ ਮਰ ਗਏ, ਬੇਲ ਨਹੀਂ ਹੋਈ ਹੈਗੀ ਨਾਲ ਸੰਜੇ ਦੱਤ, ਕੱਲਾ ਸੰਜੇ ਦੱਤ ਬਰੀ ਹੋਇਆ ਉਸ ਕੇਸ, ਮੈਨੂੰ ਬਾਹਰ ਆਇਆ, ਕੋਈ ਬੰਦਾ ਨਹੀਂ ਬਚਿਆ ਹੈਗਾ, ਜਾਂ ਜਦ ਜੇਲ੍ਹ ਛੱਡ ਕੇ ਭੱਜ ਗਏ ਨੇ ਜਾਂ ਅੰਦਰ ਹੀ ਮਰ ਗਏ ਨੇ ਉਹ। ਪਰ ਸਾਨੂੰ ਦੇਖੋ, ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਨੇ, ਜਦੋਂ ਪੈਂਦੀਆਂ ਨੇ ਬਹੁਤ ਔਖਾ। ਇਹਨਾਂ ਤੇ ਕੇਸ ਪਿਆ ਗਿਆ, ਇਹ ਕਿਵੇਂ ਬੱਚੇ ਨੇ? ਮੈਂ ਕੈਮਰੇ ਤੇ ਗੱਲ ਨਹੀਂ ਕਰ ਸਕਦਾ, ਮੈਨੂੰ ਤਾਂ ਸਾਰੀ ਗੱਲ ਦਾ ਪਤਾ ਕਿਵੇਂ ਬੱਚੇ ਨੇ। ਇਹ ਆਪਣੇ ਆਪ ਨੂੰ ਪੁੱਛਣ ਵੀ ਮੈਂ ਇਸ ਕੇਸ ਦੇ ਵਿੱਚ ਬਚਣ ਲਈ ਮੈਂ ਕੀ ਕੁਛ ਕੀਤਾ, ਕਿੰਨੇ ਪੱਪੜ ਵੇਲੇ ਨੇ। ਕਿਉਂਕਿ ਦੇਖੋ ਉਹਨਾਂ ਨੇ ਕਹਿਤਾ ਵੀ ਗਨ ਪਿਸਟਲ, ਜਿਹੜੀ ਪਿਸਟਲ ਸੀਗੀ ਵੀ ਟੌਏ ਪਿਸਟਲ ਆ, ਤੇ ਇਹਨਾਂ ਨੂੰ ਪਤਾ ਇਹਨਾਂ ਨੇ ਕਿਵੇਂ ਟੌਏ ਪਿਸਟਲ ਬਣਵਾਈ ਆ, ਉਹ ਸਭ ਨੂੰ ਪਤਾ, ਸਮਝਦੇ ਸਾਰੇ ਕੁਛ ਨੇ ਵੀ ਐਕਚੁਅਲ ਜੋ ਅਸਲੀਅਤ ਉਹ ਹੈ। ਜੇ ਤੁਹਾਡੇ ਜੋ ਵੀ ਕੇਸ ਦੀ ਰਿਐਲਿਟੀ ਸੀਗੀ, ਜੋ ਸਾਰਾ ਉਸ ਤੱਥ ਸੀਗੇ, ਉਹ ਹੀ ਸਮਝਦੇ ਨੇ, ਅਸੀਂ ਸਮਝਦੇ, ਸਾਰਾ ਸਮਝਦੇ ਹਾਂ। ਮਤਲਬ ਸਾਨੂੰ ਕੋਈ ਨਿੱਜ ਨਹੀਂ ਹੈ ਕਿਸੇ ਨੂੰ। ਅਸੀਂ ਇਹ ਕਹਿੰਦੇ ਜਿਹੜਾ ਸਾਡਾ ਸਮਾਜ ਆ ਉਹ ਇੱਕ ਬਿਹਤਰ ਸਮਾਜ ਬਣੇ। ਸਾਡਾ ਜਿਹੜਾ ਯੂਥ ਆ ਨਾ, ਮੈਂ ਕਹਿੰਦਾ ਵੀ ਇੱਕ ਤੀਜੀ ਜਮਾਤ ਨਾ ਬਣੇ, ਇੱਕ ਜੱਜ ਨਾ ਬਣੇ। ਸੋਸ਼ਲ ਮੀਡੀਆ ਆਪਣੀ ਵਿੱਦਿਆ ਵੱਲ ਧਿਆਨ ਦੇਵੇ, ਆਪਣੇ ਗਿਆਨ ਵੱਲ ਧਿਆਨ ਦੇਵੇ, ਉਹਨੂੰ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ, ਉਹਨੇ ਹੀ ਫਲ ਦੇਣਾ। ਦੇਖੋ ਸਾਡਾ ਹੁਣ ਸਾਨੂੰ ਗੱਲ ਕਰਨੀ ਚਾਹੀਦੀ, ਸਾਡਾ ਮਿਸਟਰ ਸੰਧੂ ਨੇ ਅਮਰੀਕਾ 'ਚ ਸਿੱਖ ਨੇ, ਉਹ ਹਿੰਦੁਸਤਾਨ ਦੇ ਮੈਸੇਜ ਬਣ ਕੇ ਗਏ ਨੇ। ਕਿੰਨੇ ਮਾਣ ਦੀ ਗੱਲ ਹੈ ਜੀ ਸਾਨੂੰ ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈਗੀ ਹੈ। ਸਿੱਖ ਦੀ ਪਗੜੀ ਵਾਈਟ ਹਾਊਸ 'ਚ ਗਈ ਹੈਗੀ ਆ, ਹਰਜੀਤ ਸਿੰਘ ਸੱਜਣ ਨੇ ਜੀ, ਜਿਹੜੇ ਜਿਨ੍ਹਾਂ ਨੇ ਉਪਲਬਧੀਆਂ ਹਾਸਲ ਕੀਤੀਆਂ, ਅਸੀਂ ਉਸ ਪਾਸੇ ਲੈ ਕੇ ਜਾਈਏ। ਐਸਪੀ ਦੇਖ ਲਓ ਜਿਹੜੀ ਆਪਾਂ ਗੱਲ ਕਰਦੇ ਪਏ ਹਾਂ, ਇਹਨਾਂ ਨੇ ਕਿੰਨੀ ਮਿਹਨਤ ਕੀਤੀ ਆ। ਅਰਜੁਨ ਵਾਡੀ ਨੇ ਕਿੰਨਾ ਇਹਨਾਂ ਨੇ ਮੁਸ਼ੱਕਤ ਕੀਤੀ ਹੋਣੀ ਉਸ ਮੁਕਾਮ ਤੇ ਪਹੁੰਚਣ। ਬਿਲਕੁਲ ਦਿਨ ਰਾਤ ਝੁੱਕਿਆ ਹੁਣ ਤਾਂ ਪਹੁੰਚੇ। ਦੇਸ਼ 'ਚ ਨਾ ਹੋਇਆ, ਨਾ ਪਰਿਵਾਰ ਦਾ ਨਾ ਹੋਇਆ, ਸਾਡੇ ਦੇਸ਼ ਦਾ ਨਾ ਕਿੰਨਾ ਉੱਚਾ ਹੋਇਆ ਹੈਗਾ। ਸਾਨੂੰ ਸਾਡੇ ਦੇਸ਼ ਦੀ ਦੇਖੋ, ਅਸੀਂ ਚਾਹੁੰਦੇ ਹਾਂ ਵੀ ਸਾਡਾ ਦੇਸ਼ ਦਾ ਯੁਵਾ ਆਪਣਾ ਨਾਂ, ਆਪਣੇ ਮਾਂ-ਬਾਪ ਦਾ ਪਰ ਸਾਨੂੰ ਰਾਜਦੀਪ ਜੀ ਬੜਾ ਇਹ ਹੈਰਾਨਕੁਨ ਹੈ ਵੀ ਜਿਹੜੀ ਵੀਡੀਓ ਅਸੀਂ ਵੀ ਦੇਖੀ ਆ ਉਹ, ਕਿ ਉਹਦੇ ਵਿੱਚ ਮੀਡੀਆ ਨਾਲ ਉਲਝਣਾ ਜਾਂ ਵਕੀਲਾਂ ਨਾਲ ਉਲਝਣਾ ਜਾਂ ਜਿਹੜੀਆਂ ਤਸਵੀਰਾਂ ਸ਼ੋਅ ਆਫ ਹੁੰਦੀਆਂ ਨੇ, ਕਿ ਇਹ ਬਹੁਤ ਵੱਡੀ ਪ੍ਰਾਪਤੀ ਹੈ ਜਾਂ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਤੁਸੀਂ 골ਡ ਮੈਡਲ ਲੈ ਕੇ ਆਏ ਹੋ ਦੇਸ਼ ਦੇ ਲਈ, ਤੁਸੀਂ ਅੱਵਲ ਆਏ ਹੋ, ਤੁਸੀਂ ਕ੍ਰਿਕਟ ਦੇ ਵਿੱਚ, ਤੁਸੀਂ ਹਾਕੀ ਦੇ ਵਿੱਚ, ਤੁਸੀਂ ਕਿਸੇ ਹੋਰ ਗੇਮ ਦੇ ਵਿੱਚ, ਐਥਲੈਟਿਕਸ ਦੇ ਵਿੱਚ ਕੁਝ ਨਾਮ ਰੌਸ਼ਨ ਕਰਤਾ, ਇਹ ਵੱਡੀ ਉਪਲਬਧੀ ਹੈ ਜਾਂ ਆਪਸ ਦੇ ਵਿੱਚ ਭਿੜਨਾ ਵੱਡੀ ਉਪਲਬਧੀ ਹੈ? ਦੇਖੋ ਸਾਡਾ ਜਿਹੜਾ ਮਾਡਲ ਕੀ ਹੈ, ਉਹ ਮਾਡਲ ਕੈਸ਼ ਕੀਤਾ ਜਾ ਰਿਹਾ ਹੈ। ਸਾਡਾ ਮਾਡਲ ਯੂਥ 18 ਤੋਂ 35 ਸਾਲ ਦੀ ਮੈਂ ਗੱਲ ਕੀਤੀ ਹੈ, ਸਾਡਾ ਯੂਥ ਹੈ ਨਾ ਸਾਰਾ। ਇੱਥੇ ਕਮਰਸ਼ੀਅਲਾਈਜੇਸ਼ਨ ਆ। ਜੇ ਕਿਸੇ ਨੂੰ ਬੰਦੇ ਨੂੰ ਉਹਨੂੰ ਇਸ ਚੀਜ਼ ਨਾਲ ਸ਼ੌਹਰਤ ਮਿਲਦੀ ਪਈ ਹੈਗੀ ਆ, ਤਾਂ ਉਹਨੂੰ ਦੇਖੋ ਆਰਥਿਕ ਤੌਰ 'ਤੇ ਫਾਇਦਾ ਹੋ ਰਿਹਾ ਹੈਗਾ, ਇਹ ਕਿਸੇ ਹੋਰ ਨੂੰ ਨਹੀਂ ਹੋ ਰਿਹਾ ਹੈਗਾ। ਤੁਸੀਂ ਤਾਂ ਮੁਫਤ ਦੇ ਇੱਕ ਜੱਜ ਬਣੇ ਹੋਏ ਹੋ ਸੋਸ਼ਲ ਮੀਡੀਆ, ਤੂੰ ਐ ਮੈਂ ਤਾਂ ਇਹੀ ਪੜ੍ਹਦਾ ਹੁੰਦਾ, ਦਿਖਦਾ ਨਾ ਲਗਾਤਾਰ। ਚਲੋ ਠੀਕ ਹੈ, ਤੁਸੀਂ ਕਰੋ, ਤੁਹਾਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈਗੀ ਹੈ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ, ਪਰ ਤੁਸੀਂ ਕਦੇ ਆਪਣੇ ਪੇਰੈਂਟਸ ਨੂੰ ਪੁੱਛੋ ਉਹ ਤੁਹਾਡੇ ਤੋਂ ਕੀ ਐਕਸਪੈਕਟ ਕਰਦੇ, ਜਿਹਨੇ ਤੁਹਾਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ। ਜਦੋਂ ਤੁਸੀਂ ਉਸ ਹਾਲਾਤਾਂ ਜਾਓਗੇ ਨਾ, ਫਿਰ ਤੁਹਾਨੂੰ ਇਹ ਚੀਜ਼ ਸਮਝ ਆ ਜਾਏਗੀ ਵੀ ਅਸੀਂ ਕੀ ਕਿੰਨੇ ਸਹੀ ਸੀ, ਕਿੰਨੇ ਗਲਤ ਸੀਗੇ। ਲੱਗਦਾ ਨਹੀਂ ਵੀ ਇੱਕ ਬੰਦੇ ਦੀ ਜ਼ਿੰਦਗੀ ਜੇ ਇੱਕ ਪਰਚਾ ਹੋ ਜਾਵੇ ਤਾਂ ਬਦਲ ਜਾਂਦੀ ਹੈ, ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਜਾਂਦੀ ਹੈ।
ਮੈਂ ਨਹੀਂ ਚਾਹੁੰਦਾ ਕੋਈ ਬੰਦਾ ਪਰਮਾਤਮਾ ਕਰੇ ਇਸ ਕੰਮ 'ਚ ਫਸੇ। ਸਾਡਾ ਕੋਈ ਵੀ ਯੁਵਾ, ਮੈਂ ਕਹਿੰਦਾ ਪੜ੍ਹ ਲਿਖ ਕੇ ਕੋਈ ਕੈਨੇਡਾ ਜਾਣ, ਅਮਰੀਕਾ ਜਾਣ, ਆਸਟ੍ਰੇਲੀਆ ਜਾਣ, ਠੀਕ ਹੈ, ਇੱਕ ਚੰਗੇ ਭਵਿੱਖ ਦੀ ਭਾਲ 'ਚ ਜਾਣ, ਚੰਗੀ ਜ਼ਿੰਦਗੀ ਦੀ ਭਾਲ 'ਚ ਜਾਣ, ਹੱਕ ਬਣਦਾ ਉਹਨਾਂ ਦਾ। ਸਾਨੂੰ ਨਹੀਂ ਇੱਥੇ ਕੁਝ ਮਿਲਦਾ, ਅਸੀਂ ਜਾ ਰਹੇ ਹੈਗੇ ਆ। ਸਾਡੇ ਤਾਂ ਹੋਰ ਮਸਲੇ ਬਹੁਤ ਨੇ, ਸਾਡੀਆਂ ਸਰਕਾਰਾਂ ਦੇ ਮਸਲੇ ਨੇ, ਸਾਡੀ ਅਫਸਰਸ਼ਾਹੀ ਦੇ ਮਸਲੇ ਨੇ, ਸਾਡੀ ਕਿਸਾਨੀ ਦਾ ਮਸਲਾ, ਸਾਡੀ ਗਰੀਬੀ ਦਾ, ਬੇਰੁਜ਼ਗਾਰੀ, ਕਿੱਡੇ ਮਸਲੇ ਨੇ ਸਾਡੇ ਦੇਸ਼ ਦੇ ਵਿੱਚ। ਤਾਂ ਅਸੀਂ ਉਹ ਚੀਜ਼ ਗਲੋਰੀਫਾਈ ਕਰੀਏ ਜਿਹਨਾਂ ਸਮਾਜ ਨੂੰ ਇੱਕ ਸਾਰਥਕ ਸੇਧ ਮਿਲੇ। ਵੱਡੀ ਗੱਲ ਤਾਂ ਇਹ ਹੈ ਕਿ ਚੀਜ਼ ਇਹ ਹੈਗਾ। ਦੇਖੋ ਇੱਦਾਂ ਕਰਕੇ ਅਸੀਂ ਵੀ ਸਿਸਟਮ ਨੂੰ ਅਸੀਂ ਅੱਜ ਬਚੇ ਹੋਏ ਹਾਂ, ਅਸੀਂ ਐਡਾ ਵੱਡਾ ਕ੍ਰਾਈਮ ਕਰਕੇ, ਚਲੋ ਠੀਕ ਹੈ, ਤੁਸੀਂ ਬਚਦੇ ਫਿਰ ਰਹੇ ਹੋ, ਤੁਸੀਂ ਕਿਵੇਂ ਬਚ ਰਹੇ ਹੋ? ਮੈਂ ਤੁਹਾਨੂੰ ਤੁਹਾਡੇ ਨਾਲ ਉਹੀ ਗੱਲ ਕਰਦਾ ਪਿਆ ਨਾ, ਤੁਸੀਂ ਕਿੰਨੇ ਐਫਰਟਸ ਲਾਏ ਹੋਏ ਨੇ, ਇਸ ਲਈ ਅਜਿਹੇ ਕੰਮ ਨਹੀਂ ਕਰੋ ਤੁਹਾਨੂੰ ਬਚਣ ਦੀ ਲੋੜ ਪਵੇ। ਅਸੀਂ ਕਿਸਾਨ ਦੀ ਅਸਲੀ ਹਾਲਤ ਦੇਖੀਏ, ਮਜ਼ਦੂਰ ਦੀ ਹਾਲਤ ਦੇਖੀਏ। ਅਸੀਂ ਕਿਸਾਨ ਮਜ਼ਦੂਰ ਦੀ ਹਾਲਤ ਦੇਖ ਲਓ, ਕਿਸਾਨ ਮਜ਼ਦੂਰ ਹੀ ਬਣ ਗਿਆ ਭਾਈ। ਹੁਣ ਇਹ ਦੇਖੋ 85% ਜਿਹੜਾ ਕਿਸਾਨ ਆ ਉਹਦੇ ਵਿੱਚ 17-18% ਬੇਜ਼ਮੀਨੇ ਹੋ ਗਏ ਸਾਰੇ, ਉਹ ਮਜ਼ਦੂਰ ਨੇ ਵਿਚਾਰੇ, ਹੋਰ ਕੌਣ ਨੇ ਜੀ? ਉਹਨਾਂ ਕੋਲ ਤਾਂ ਆਪਣੀ ਜ਼ਮੀਨ ਵੀ ਨਹੀਂ ਰਹੀ ਹੈਗੀ, ਉਹ ਤਾਂ ਸਿਰਫ ਠੇਕੇ ਤੋਂ ਲੈ ਕੇ ਅਸੀਂ ਸਾਡੇ ਦੇਸ਼ ਦੇ ਹਾਲਾਤ ਨਾਲ 1 ਲੱਖ, ਸਾਡਾ 80,000 ਤੋਂ 1 ਲੱਖ ਬੰਦਾ ਹਰ ਇੱਕ ਸਾਲ ਕੈਨੇਡਾ ਜਾ ਰਿਹਾ ਜੀ। 27,000 ਕਰੋੜ ਰੁਪਇਆ ਅਸੀਂ ਕੈਨੇਡਾ ਨੂੰ ਦੇ ਰਹੇ ਹਾਂ ਹਰ ਇੱਕ ਸਾਲ। ਬਿਲਕੁਲ, ਅਸੀਂ ਕਹਿਣਾ ਨਹੀਂ ਚਾਹੁੰਦੇ ਪਰ ਉੱਥੇ ਜਾ ਕੇ ਵੀ ਤਾਂ ਸਟਰਗਲ ਹੈ, ਜ਼ਿੰਦਗੀ ਸਟਰਗਲ ਹੈ ਉਹਨਾਂ ਦੀ, ਬਹੁਤ ਮਿਹਨਤ ਹੈ। ਚਲੋ ਠੀਕ ਹੈ, ਚੰਗਾ, ਮੈਂ ਕਹਿੰਦਾ ਜਾਣ, ਚੰਗੀ ਗੱਲ ਹੈ। ਸਾਡੇ ਦੇਸ਼ ਦਾ ਕਿੱਡਾ ਵੱਡਾ ਮਾਲੀਆ ਸਾਡੇ ਦੇਸ਼ ਦਾ ਉੱਥੇ ਜਾ ਰਿਹਾ ਹੈਗਾ, ਕਿਉਂਕਿ ਸਾਡੇ ਕੋਲ ਇੱਥੇ ਸੋਰਸ ਨਹੀਂ ਹੈਗੇ। ਹਾਂ, ਅਸੀਂ ਜਿਹੜੇ ਇੱਥੇ ਦੀ ਕ੍ਰਿਤੀਆਂ ਨੇ ਉਹਨਾਂ ਨੂੰ ਖੰਗਾਲ ਕੇ ਉਹਨਾਂ ਪ੍ਰਤੀ ਅਸੀਂ ਆਵਾਜ਼ ਉਠਾਈਏ। ਬਹੁਤ ਕੁਝ ਸਾਡੇ ਕੋਲ ਆਵਾਜ਼ ਉਠਾਉਣ ਨੂੰ, ਅਸੀਂ ਇਕੱਲੇ ਹੋਰ ਬਹੁਤ ਮੁੱਦੇ ਸਾਡੇ ਦੇ ਕੋਲ ਦੇਸ਼ ਦੇ ਵਿੱਚ। ਦੇਖੋ, ਅਸੀਂ ਜੇ ਸਾਰਥਕ ਸੋਚ ਰੱਖਾਂਗੇ, ਅਸੀਂ ਇੱਕ ਬਦਲਾਅ ਦੀ ਪ੍ਰਵਿਰਤੀ ਵਾਲੀ ਸੋਚ ਰੱਖਾਂਗੇ, ਤਾਂ ਹੀ ਦੇਸ਼ ਦਾ ਯੁਵਾ ਨਹੀਂ ਕਰਨਾ। ਜੋ ਸਾਡੀ ਬੁਨਿਆਦੀ ਬੁਨਿਆਦ ਆ ਨਾ, ਸੂਬੇ ਦੀ ਬੁਨਿਆਦ, ਦੇਸ਼ ਦੀ ਬੁਨਿਆਦ, ਪਰਿਵਾਰ ਦੀ ਬੁਨਿਆਦ, ਉਹ ਯੂਥ ਹੈ, ਯੁਵਾ ਹੈ ਸਾਡਾ। ਮੈਂ ਇਹ ਕਹਿੰਦਾ ਵੀ ਚੰਗੇ ਪਾਸੇ ਲੱਗਣ, ਪਰਮਾਤਮਾ ਕਰੇ ਉਹ ਤਰੱਕੀਆਂ ਕਰਨ ਜ਼ਿੰਦਗੀ ਦੇ ਵਿੱਚ, ਵਧੀਆ ਪੜ੍ਹਾਈ ਲਿਖਾਈ ਕਰਨ, ਉਹ ਚੰਗੇ ਰਸਤੇ ਲੱਗਣ। ਮੇਰੀ ਤਾਂ ਇਹੀ ਦੁਆ। ਬੜੇ ਵੱਡੇ ਸੁਪਨੇ ਦੇਸ਼ ਦੇ ਵੀ ਨੇ, ਸੂਬੇ ਦੇ ਵੀ ਨੇ, ਤੇ ਮਾਂ ਪਿਓ ਦੇ ਵੀ ਨੇ। ਮੈਨੂੰ ਲੱਗਦਾ ਕਿ ਉਹ ਪੰਜਾਬ ਦੇ ਲਈ ਜੇ ਕੋਈ ਐਸਐਸਪੀ ਬਣਦਾ, ਕੋਈ ਡੀਐਸਪੀ ਬਣਦਾ, ਕੋਈ ਡੀਸੀ ਬਣਦਾ, ਤਾਂ ਉਹ ਪੰਜਾਬ ਦਾ ਭਲਾ ਵੀ ਕਰ ਸਕਦਾ। ਨਾਮ ਚਮਕਾਇਆ ਜੀ, ਠੀਕ ਹੈ। ਅਸੀਂ ਮਤਲਬ ਸਾਡਾ ਮੁੱਦਾ ਸਿੱਧੂ ਮੂਸੇਵਾਲੇ ਬਾਰੇ ਗੱਲ ਕਰਨੀ, ਸਾਡੀ ਜਿਹੜਾ ਜਿੱਧਰ ਨੂੰ ਸਾਡਾ ਕਿਸਾਨਵਾਦ ਜਾ ਰਿਹਾ ਹੈਗਾ, ਅਸੀਂ ਉਹਨੂੰ ਬਦਲਾਅ ਦੀ ਲੋੜ ਹੈ। ਅਸੀਂ ਮਤਲਬ ਸੰਜੂ ਦੀ ਗੱਲਾਂ ਨਾ ਕਰੀਏ, ਅਸੀਂ ਕਿਸਾਨੀ ਦੀ ਗੱਲਾਂ ਕਰੀਏ। ਪਰਮਾਤਮਾ ਕਰੇ ਉਹਨੂੰ ਤਰੱਕੀ ਮਿਲੇ, ਹੋਰ ਉੱਚਾ ਨਾ ਹਾਸਲ ਹੋਵੇ, ਠੀਕ ਹੈ, ਚੰਗੀ ਗੱਲ ਆ, ਉਹਨੂੰ ਪਰਮਾਤਮਾ ਨੇ ਗੁਣ ਦਿੱਤਾ ਹੈਗਾ, ਹੋਰ ਤਰੱਕੀ ਕਰੇ। ਸਾਨੂੰ ਤਰੱਕੀ ਦੇ ਕਿਸੇ ਨੂੰ ਕੋਈ ਵਿਆਖਿਆ ਨਹੀਂ ਹੈਗਾ। ਤੁਸੀਂ ਤੁਹਾਡੀ ਯੋਗਤਾ ਸਹੀ ਪਾਸੇ ਲਾਓ। ਅੱਜ ਡਾਕਟਰ ਤਰੇਹਨ ਦੀ, ਮੈਂ ਤੁਹਾਨੂੰ ਥੋੜੀ ਜਿਹੀ ਗੱਲ ਹੋਣਾ, ਡਾਕਟਰ ਤਰੇਹਨ ਹਾਰਟ ਦੇ ਸਭ ਤੋਂ ਵੱਡੇ ਡਾਕਟਰ ਹਿੰਦੁਸਤਾਨ ਦੇ। ਯੋਗਤਾ ਸੀ ਨਾ, ਅਮਰੀਕਾ ਚਲੇ ਗਏ ਸੀ, ਇੱਕ ਇਕੱਲਾ ਡਾਕਟਰ ਤਰੇਹਨ ਹੈ ਜਿਹਾ ਬੰਦਾ ਜਿਹਦੇ ਉੱਪਰ ਇਨਕਮ ਟੈਕਸ ਨਹੀਂ ਲੱਗਦਾ ਹੈ। ਉਹਦੀ ਸ਼ਰਤ ਸੀ, ਮੈਂ ਤਾਂ ਦੇਸ਼ ਵਾਪਸ ਆਊਂਗਾ ਜੇ ਤੁਸੀਂ ਮੇਰਾ ਇਨਕਮ ਟੈਕਸ ਮਾਫ ਕਰੋਗੇ। ਪਰ ਦੇਸ਼ ਦੀ ਇੱਕ ਮਿਸਾਲ ਬਣਿਆ, ਉਹਨੇ ਲੱਖਾਂ ਜਾਨਾਂ ਬਚਾਈਆਂ ਨੇ। ਪਰ ਸਾਨੂੰ ਚੰਗੇ ਪਾਸੇ ਜਿਹੜਾ ਧਿਆਨ, ਆਪਣੀ ਜਿਸ ਤਰ੍ਹਾਂ ਦੇਖੋ, ਹਰ ਬੰਦੇ ਜਿਸ ਤਰ੍ਹਾਂ ਯੋਗਤਾ ਹੈਗੀ ਹੈ ਨਾ, ਉਹਨੂੰ ਆਪਣੀ ਫੀਲਡ ਦੇ ਵਿੱਚ ਚੰਗੇ ਪਾਸੇ ਲਾਉਣੀ ਚਾਹੀਦੀ ਹੈ। ਬਿਲਕੁਲ, ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ। ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਜਾਂਦੇ ਸਾਂਝੀ ਕਰਦਾ ਕਿ ਮੈਂ ਪੜ੍ਹ ਰਿਹਾ ਸੀਗਾ ਕਿ ਕੋਈ ਜਿਹੜਾ ਸ਼ਖਸ ਹੈ ਉਹ ਇੱਕ ਅਸਲੇ ਦੀ ਦੁਕਾਨ ਤੋਂ ਅਸਲਾ ਲੈਣ ਜਾਂਦਾ, ਰਿਵਾਲਵਰ ਲੈਣ ਜਾਂਦਾ, ਤਾਂ ਉਹ ਪੁੱਛਦਾ ਹੈ ਕਿ ਉਸ ਅਸਲੇ ਦੇ ਡੀਲਰ ਤੋਂ ਕਿ ਕਿੰਨੇ ਕੁ ਮਾਰ ਕਰਦਾ ਹੈ ਪਿਸਟਲ। ਤਾਂ ਉਹ ਕਹਿੰਦਾ, ਪੁੱਤ ਇਹ ਮਾਰ ਤਾਂ ਸਾਹਮਣੇ ਨੂੰ ਤਾਂ 1 ਕਿੱਲੇ ਦੀ ਕਰਦਾ, ਪਰ ਪਿੱਛੇ ਨੂੰ 4-5 ਕਿੱਲੇ ਮਾਰ ਦਿੰਦਾ ਹੈ। ਮਤਲਬ ਇਹ ਹਾਲਾਤ ਹੁੰਦੇ ਨੇ ਜਿਹੜੇ ਹਥਿਆਰਾਂ ਦੀ ਗੱਲ ਤੁਸੀਂ ਕਰਦੇ ਹੋ, ਹਥਿਆਰਾਂ ਨੂੰ ਪ੍ਰਮੋਟ ਨਾ ਕੀਤਾ ਜਾਵੇ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਸਾਨੂੰ ਦਿਓ ਇਜਾਜ਼ਤ, ਧੰਨਵਾਦ।